सतगुरु प्रताप सिंह जी ने कृपा करके इन्हां उत्ते अपना वरद हस्त रखिया होवे। सरदार नार सिंह जी वो ने जिन्हां ने तुहाडे चों एक पुस्तक वेखी होवे, सिख इतिहास नामधारी इतिहास हिस्सा पहला, ਉਹਦੇ करता सरदार नार सिंह ने। सरदार नार सिंह जी ने उस वेले नामधारियां बारे खोज पड़चोल करनी शुरू की और सरकारी कागजात बड़े पुराने जिहड़े अंग्रेज़ वेले दे लिखे हुए सन उन्हां नूं एकत्र करके जिहड़ा सरकारी भंडार है उन्हां पुस्तकां दा, उन्हां कागजां दा, उन्हां चों लै के पढ़ के सारियां नूं ਉਹਦੇ ਸਿੱਟੇ ਕੱਢ ਕੇ ਨਾਮਧਾਰੀਆਂ ਬਾਰੇ ਕਿਤੇ ਕੀ ਲਿਖਿਆ ਹੋਇਆ ਹੈ ਇਹਦੇ ਬਾਰੇ ਇਹਨਾਂ ਨੇ ਗੁਰੂ ਰਾਮ ਸਿੰਘ ਨਾਂ ਦੇ ਨਾਲ 3 ਪੁਸਤਕਾਂ ਅੰਗਰੇਜ਼ੀ ਵਿੱਚ ਛਪਵਾਈਆਂ, ਜਿਹਦੇ ਵਿੱਚ ਉਹ ਸਾਰੇ ਦਸਤਾਵੇਜ਼ ਅੰਕਿਤ ਨੇ। ਉਹਨਾਂ ਦਸਤਾਵੇਜ਼ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਅੰਗਰੇਜ਼ ਨਾਮਧਾਰੀਆਂ ਦਾ ਮੁੱਲ ਕੀ ਪਾਉਂਦਾ ਸੀ, ਕਿਵੇਂ ਅੰਗਦਾ ਸੀ, ਇਹਨਾਂ ਨੂੰ ਕੀ ਸਮਝਦਾ ਸੀ। ਅੱਜ ਦਾ ਸਿੱਖ मैं ਉਹਦੇ ਜ਼ਿੰਮੇ ਇਹ ਗੱਲ ਨਹੀਂ ਲਾਉਂਦਾ, ਪਰ ਜਿਹੜੀ ਲੀਡਰਸ਼ਿਪ ਵੇ ਉਹ ਨਾਮਧਾਰੀਆਂ ਨੂੰ ਸਿੱਖਾਂ ਵਿੱਚੋਂ ਅਛੂਤ ਗਿਣਦੀ ਏ। ਉਹ ਇਹ ਸਮਝਦੇ ਨੇ ਕਿ ਇਹ ਬੰਦੇ ਕਰਮਕਾਂਡੀ, ਬ੍ਰਾਹਮਣਵਾਦ ਦੇ ਸ਼ਿਕਾਰ, ਗੁਰੂਵਾਦ ਨੂੰ ਮੰਨਣ ਵਾਲੇ, ਇਹਨਾਂ ਦਾ ਸਿੱਖੀ ਨਾਲ ਉਂਝ ਕੋਈ ਸੰਬੰਧ नहीं। क्योंकि लीड़े कपड़े तो दाड़ा दूड़ा इन्हों रखा होया तो भजन करवाते हैं, इस वास्ते इन्हों सिखां के तौर पर मानता दी जाती है, मन्ने जाते हैं। आ मगरले कसूते इन्हां दी जिहड़े पंजाब ते वापरे उन्हां दा आरंभ भी नामधारियां तो किया जाना सी। सतगुरां ने कृपा की, सारे रस्ते होर दे होर हो गए और असीं उस वगदी ਜਿਹੜੀ ਗਰਮ ਭੱਠੀ ਸੀ ਉਹਦੇ ਵਿੱਚੋਂ ਸਾਬਤ ਨਿਕਲ ਆਏ। ਸਰਦਾਰ ਨਾਰ ਸਿੰਘ ਜੀ ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀਆਂ ਖੁਸ਼ੀਆਂ ਇਸ ਕਰਕੇ ਵੀ ਲਈਆਂ ਕਿ ਜਿਸ ਵੇਲੇ ਇਤਿਹਾਸ ਨੂੰ ਕੋਈ ਹੱਥ ਪਾਉਣ ਵਾਲਾ ਨਹੀਂ ਸੀ, ਉਦੋਂ ਇਹਨਾਂ ਨੇ ਆਪਣੀ ਕਲਮ ਚੁੱਕੀ ਔਰ ਉਦੋਂ ਸਿੰਘ ਸਭੀਏ ਹੁੰਦੇ ਹੋਏ ਇਹਨਾਂ ਨੇ ਗੁਰੂ ਰਾਮ ਸਿੰਘ ਦੇ ਕਾਜ ਨੂੰ ਵੇਖਿਆ, ਪੜ੍ਹਿਆ, ਸਮਝਿਆ और उन्होंने अंगिया, उदा अंक पाया, मुल पाया। हुण तुहाडे सामने उन्होंने अपनी तकरीर करनी है। वो इस बिरध उम्र में कितना समा बोल सकते हैं, की बोलते हैं, किवें बोलते हैं, ये आप जी सामने आवेगा और फिर जिस तरह अगे होगी देखी जाएगी। इन्हां शब्दां नाल सरदार नार सिंह जी नूं पेश करते हैं। सतगुरु महाराज प्रताप सिंह की कृपा है जो कुछ मैं अज हाँ। असल गल ये है कि जब हिस्ट्री ऑफ फ्रीडम मूवमेंट बोर्ड पंजाब बनया तो मैनू पता ही नहीं सी, मैनू हिस्ट्री बोर्ड का मैंबर बना दिता गया। मैं जब आया तो सरदार गंडा सिंह ते होर थे सारे मैंबर, उन्होंने देख के भी केड़े मजमून नार सिंह नूं दईए जेड़ा चुप कर बोले ही ना, क्योंकि मैं तो गौरमेंट च हाँ नहीं सी, मैं तो मजीठियां दी मिल च नौकर था। जब मैं आया तो मैं पटियाले गया बई तुसीं मैनूं बोर्ड च कर दिता है, तुसीं मैनूं दसो बई मजमून केड़ा देना है। मैनू उन्होंने कहा बई थानू कूका मूवमेंट देनी है। मैं कहा कूका मूवमेंट दे पेपर देवो। पेपर उन्होंने मैनू कोई 40-50 इधर उधर ले फड़ाते। मैं उन्होंने कहा भी मेरे नाल तुसीं मखौल कर दो, कहंदे नहीं जी यही है। मैं खैर कोई गल नहीं। कुदरत उदों सरदार सुरजीत सिंह सेंटर के मैंबर बन गए तो मैं एक दिन नैशनल उत्थे गया आर्काइव ऑफ इंडिया, उत्थे मैं उन्हां नाल गल कीती भई तुहाडे पास कोई पेपर हैं। उन्होंने मैनू कहा बई जी असीं तुहानूं खोल दिंदे आ पेपर। जब मैं देखा
ਤਾਂ ਕੂਕਿਆਂ ਦੇ ਮੁਤਲਕ ਤੇ ਨਾਮਧਾਰੀਆਂ ਦੇ ਮੁਤਲਕ 8000 ਪੇਪਰ। ਮੈਨੂੰ ਬੜੀ ਖੁਸ਼ੀ ਹੋਈ। ਮੈਂ ਸਤਿਗੁਰਾਂ ਨੂੰ ਦੱਸਿਆ। ਸਤਿਗੁਰ ਕਹਿਣ ਲੱਗੇ ਵੀ ਉਦੋਂ ਇਜਾਜ਼ਤ ਨਹੀਂ ਸੀ ਕੱਢਣ ਦੀ। ਸਤਿਗੁਰ ਕਹਿਣ ਲੱਗੇ ਫਿਰ ਆਪਾਂ ਕੀ ਕਰੀਏ? ਮੈਂ ਕਿਹਾ ਫਿਰ ਉਹਨਾਂ ਨੇ ਮੈਨੂੰ ਜੋ ਕੁਛ ਸਤਿਗੁਰਾਂ ਨੇ ਕਿਹਾ, ਅਸੀਂ ਸਤਿਗੁਰ ਰਾਤ ਨੂੰ ਉਹ ਕੀ ਹੁੰਦਾ ਉਹਦੇ 'ਤੇ ਪੜ੍ਹਦੇ ਰਹੇ। ਬਾਬੂ ਕੀ ਸੀ ਜੀ ਮਹਾਰਾਜ ਜੀ, ਬਾਬੂ ਦਾ ਨਾਮ? ਬਾਬੂ ਕਰਤਾਰ ਸਿੰਘ। ਹਾਂ, ਬਾਬੂ ਕਰਤਾਰ ਸਿੰਘ ਦੇ ਘਰ ਦੇ ਵਿੱਚ ਉਸ ਨੂੰ ਸਤਿਗੁਰ ਵੀ ਹੁੰਦੇ, ਮੈਂ ਵੀ ਹੁੰਦਾ। ਉਹ ਲਿਆ ਕੇ ਟਾਈਪ ਟੂਪ ਦੇ ਪੜ੍ਹਦੇ ਪੁੜ੍ਹਦੇ ਰਹੇ। ਖੈਰ ਉਦੋਂ ਬਾਅਦ ਫਿਰ ਅਲਾਊਡ ਹੋ ਗਿਆ। ਮੈਂ ਕਰਦਾ ਰਿਹਾ। ਮੈਂ ਜੋ ਕੁਛ ਦੇਖਿਆ, ਜਿਹੜਾ ਕੁਛ ਬਾਕੀ ਬਚ ਗਿਆ ਸੀ, ਉਹ ਮੈਂ ਹੁਣ ਗੌਰਮੈਂਟ ਆਫ ਇੰਡੀਆ ਤੋਂ ਮੰਗਵਾ ਲਿਆ। ਇਹ ਮਰਗੋਈ ਜਾਣ ਦੇ ਕਾਗਜ਼, ਭੇਜਣ ਦੇ ਕਾਗਜ਼ ਨੇ, ਅਤੇ ਹੋਰ ਬੜੇ ਅਜੀਬ ਕਾਗਜ਼ ਨੇ, ਤੇ ਰੂਸ ਦੇ ਹੋਰ ਸਾਰਿਆਂ ਦੇ। ਸੋ ਮੇਰੇ ਤਾਂ ਇਹ 4 ਚਿੱਠੀਆਂ ਨੇ ਸਤਿਗੁਰੂ ਰਾਮ ਸਿੰਘ ਜੀ ਦੀਆਂ ਲਿਖੀਆਂ ਹੋਈਆਂ, ਜਿਹਦੀ ਬਣਾ 'ਤੇ ਬਾਅਦ 'ਚ ਅੰਗਰੇਜ਼ੀ 'ਚ ਨੇ ਟਰਾਂਸਲੇਸ਼ਨ ਹੋਰ ਵੀ ਹੈਗੀਆਂ ਚਿੱਠੀਆਂ। ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਬਈ ਕੂਕਿਆਂ ਦੇ ਮੁਤਲਕ ਜੋ ਕੁਛ ਵੀ ਅੱਜ ਤੱਕ ਖੋਜ ਹੋਈ ਹੈ, ਉਹ ਅਜੇ ਬਹੁਤ ਅਧੂਰੀ ਹੈ। ਨਾਮਧਾਰੀਆਂ ਦੇ ਮੁਤਲਕ ਤਾਂ ਖੋਜ ਹੈ, ਪਰ ਮੈਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਬਈ ਜਦ ਸੈਕਸ਼ਨ 3 1818 ਉਹਦੇ ਮੁਤਲਕ ਸਤਿਗੁਰੂ ਜੀ ਦਾ ਪਰਿਵਾਰ ਜੇਲ੍ਹ ਬਣਾ ਦਿੱਤੀ ਗਈ, ਤਾਂ ਉੱਥੇ 1923 ਤੱਕ ਚੌਕੀ ਬੈਠੀ ਰਹੀ। ਇਹਨੂੰ ਰੈਗੂਲੇਸ਼ਨ 3 ਆਫ 1818 ਕਹਿੰਦੇ ਆ। ਉਹਦੇ ਅੰਦਰ ਜਿਹੜੀ ਉਹ ਕਮਰਾ ਹੁੰਦਾ ਗੁਰੂ ਸਾਹਿਬ ਦਾ ਰਿਹਾਇਸ਼ ਸੀ, ਉਹ ਜੇਲ੍ਹ ਸੀ। ਇਹਦਾ ਮਤਲਬ ਹੈ ਵੀ ਸਤਿਗੁਰੂ ਜਗਜੀਤ ਸਿੰਘ ਵੀ ਜੇਲ੍ਹ 'ਚ ਪੈਦਾ ਹੋਏ ਨੇ। ਮੈਂ ਜਿਵੇਂ ਇਹਨਾਂ ਨਾਲ ਗੱਲ ਕੀਤੀ ਬੜੇ ਹੱਥੇ, ਮੈਨੂੰ ਕਹਿੰਦੇ ਹੈ ਮੈਂ ਤਾਂ ਲਿਖ ਦੇਣਾ। ਕਹਿੰਦੇ ਲਿਖ ਦੇ। ਮੈਂ ਕਿਹਾ ਉਹ ਤੋਂ ਬਾਅਦ 1923 ਅੰਗਰੇਜ਼ ਨੇ ਲਿਖਿਆ ਕਿ ਜੇ ਫੇਰ ਵੀ ਸਾਨੂੰ ਸ਼ੱਕ ਪਿਆ ਤਾਂ ਅਸੀਂ ਫੇਰ ਵੀ ਤੁਹਾਡੇ 'ਤੇ ਇਹੀ ਰੈਗੂਲੇਸ਼ਨ ਲਾ ਦਿਆਂਗੇ। ਖੈਰ ਜਿੱਥੋਂ ਤੱਕ ਮੈਨੂੰ ਪਤਾ 1947 ਤੱਕ ਗੌਰਮੈਂਟ ਨੇ ਖਹਿੜਾ ਨਹੀਂ ਛੱਡਿਆ। ਉਹਨਾਂ ਦੀ CID, ਉਹਨਾਂ ਦੇ ਆਦਮੀ ਨਾਮਧਾਰੀਆਂ ਦੇ ਮਗਰ ਫਿਰਦੇ ਰਹੇ ਔਰ ਸਭ ਕੁਛ ਕਰਨਾ। ਗੌਰਮੈਂਟਾਂ ਜਾਣ ਲੱਗੀਆਂ, ਦੂਜੀ ਗੌਰਮੈਂਟ ਨੂੰ ਕਹਿ ਜਾਂਦੀਆਂ ਹੁੰਦੀਆਂ ਨੇ ਵੀ ਇਹਨਾਂ ਦਾ ਇਤਵਾਰ ਨਾ ਕਰਨਾ। ਸਾਡੀ ਗੌਰਮੈਂਟ ਜਿਹੜੀ ਹੈ ਉਹਨੂੰ ਅਸੀਂ ਜਿਹੜੇ ਅਸੀਂ ਹਿਸਟੋਰੀਅਨ ਆ, ਅਸੀਂ ਅੰਗਰੇਜ਼ਾਂ ਦੀ ਦੇਣ ਸਮਝਦੇ ਹਾਂ। ਇਹ ਲੈਂਡ ਲੂਣ ਦਾ ਸਵਾਲ ਨਹੀਂ, ਅੰਗਰੇਜ਼ਾਂ ਦੀ ਦੇਣ ਹੈ ਇਹ। ਮਗਰ ਕੂਕਿਆਂ ਲਈ ਦੇਣ ਨਹੀਂ ਸੀ। ਇਹ ਤਾਂ ਹੁਣ ਮੈਨੂੰ ਹੀ ਪਤਾ ਨਾ, ਜਾਂ ਜੋ ਜਿਹਨੇ ਕਾਗਜ਼ ਪੜ੍ਹੇ ਨੇ ਉਹਨਾਂ ਨੂੰ ਪਤਾ। ਖੈਰ ਹੁਣ ਮੈਂ ਕਦੇ ਲੈਕਚਰ ਨਹੀਂ ਦਿੱਤਾ। ਮੈਂ ਲੈਕਚਰਾਂ ਦੇ ਬਹੁਤ ਖਿਲਾਫ ਹਾਂ। ਲੈਕਚਰ 'ਚ ਅੱਧਾ ਝੂਠ ਹੁੰਦਾ। ਮੈਂ ਪਹਿਲਾਂ ਲੈਕਚਰ ਨਹੀਂ ਦਿੰਦਾ ਰਿਹਾ। ਮੈਂ ਸਿਰਫ ਇਸ ਗੱਲ ਆਪਸ ਦੀ ਵਿਚਾਰ ਦੇ ਮੁਤਲਕ ਮੈਂ ਪਸੰਦ ਕਰਦਾ। ਮੇਰੇ ਤੋਂ ਜੋ ਕੁਛ ਕਿਸੇ ਨੇ ਸਵਾਲ ਪੁੱਛਣਾ ਉਹ ਪੁੱਛੀ ਜਾਓ, ਮੈਂ ਉਹਦੇ ਜਵਾਬ ਜੇ ਮੈਨੂੰ ਆਉਂਦਾ ਹੋਊ ਦੱਸ ਦਿਆਂਗਾ, ਜੇ ਨਹੀਂ ਆਉਂਦਾ ਨਹੀਂ ਦੱਸਾਂਗਾ। ਜੇ ਕਿਸੇ ਕਿਤਾਬ ਜਾਂ ਹੋਰ ਪੜ੍ਹਨਾ ਉਹ ਹੋਰ ਦੱਸ ਦਿਆਂਗਾ। ਹੁਣ ਜੋ ਕੁਛ ਮੇਰੇ ਤੋਂ ਪੁੱਛਣਾ ਪੁੱਛੋ। ਰਾਜਨਾਰ ਸਿੰਘ ਜੀ ਜਿਹੜੇ ਇਤਿਹਾਸ ਦੇ ਬਾਰੇ ਖੋਜ ਜਿੰਨੀ ਕੀਤੀ ਹੈ, ਉਸ ਆਧਾਰ ਦੇ ਉੱਤੇ ਉਹਨਾਂ ਨੇ ਸਵਾਲ ਪੁੱਛਣ ਵਾਸਤੇ ਆਖਿਆ ਹੈ। ਅਤੇ ਉਹਦੇ ਵਿੱਚੋਂ ਜਿਹੜੀ ਪਹਿਲੀ ਅਰਜ਼ ਮੈਂ ਕਰਦਾ ਉਹਨਾਂ ਕੋਲ ਉਹ ਇਹ ਹੈਗੀ ਹੈ ਕਿ ਹੁਣ ਤੱਕ ਦੀ ਖੋਜ ਦੇ ਵਿੱਚੋਂ ਕੀ ਸਰਦਾਰ ਜੀ ਦੱਸ ਸਕਦੇ ਨੇ ਕਿ ਸਤਿਗੁਰੂ ਰਾਮ ਸਿੰਘ ਜੀ ਮਰਗੋਈ ਤੋਂ ਬਾਅਦ ਕਿੱਥੇ ਕਿੱਥੇ ਰਹੇ ਤੇ ਇਸ ਵੇਲੇ ਕਿੱਥੇ ਨੇ? ਗੌਰਮੈਂਟ ਰਿਕਾਰਡ ਦੇ ਮੁਤਲਕ ਮਰਗੋਈ ਸਤਿਗੁਰੂ ਜੀ ਦਾ ਅਖੀਰ ਦੇ ਕਾਗਜ਼ ਮੇਰੇ ਪਾਸ ਆ ਨੇ, ਮਰਗੋਈ ਦੇ ਜਿਹੜੇ ਮੈਂ ਹੁਣ ਕੱਢ ਕੇ ਲਿਆ। ਉਹਦੇ ਵਿੱਚ ਮਰਗੋਈ ਉਹਨਾਂ ਦਾ ਅਖੀਰ ਲਿਖਿਆ। ਉਦੋਂ ਗਾਹਾਂ ਕੋਈ ਪਤਾ ਨਹੀਂ, ਮੈਨੂੰ ਨਹੀਂ ਪਤਾ। ਔਰ ਨਾ ਮੈਂ ਇਤਿਹਾਸਕਾਰ ਹੋਣ ਦੀ ਹੈਸੀਅਤ 'ਚ ਕਹਿ ਸਕਦਾ ਕੋਈ ਗੱਲ ਵੀ। ਮੇਰੇ ਪਾਸ ਸਿਰਫ ਮਰਗੋਈ ਤੱਕ ਦੇ ਕਾਰਗਰ ਨੇ। ਹੋਰ ਪੁੱਛੋ। ਹਾਂ
ਅਸੀਂ ਇਤਿਹਾਸ ਵਿੱਚ ਇਹ ਪੜ੍ਹਦੇ ਆਏ ਹਾਂ ਕਿ ਮਲੇਰਕੋਟਲੇ ਦੇ ਸਾਕੇ ਦੇ ਵਿੱਚ ਕੁੱਲ 80 ਸ਼ਹੀਦ ਹੋਏ। ਉਹਨਾਂ ਦੀ ਜਾਣਕਾਰੀ ਕੁਝ ਆਪ ਜੀ ਦੇ ਸਕਦੇ ਹੋ? ਬਿਲਕੁਲ, ਤੁਸੀਂ ਅਸੀਂ ਸਿਰਫ ਉਹਨਾਂ ਨੂੰ ਹੀ ਮੰਨਦੇ ਹੋ। 66 ਉਹ 4 ਮਲੌਦ ਦੇ, ਤੇ ਹੋਰ ਉਹਦੀ ਬਹੁਤ ਸੋਹਣੀ ਕਿਤਾਬ ਜਿਹੜੀ ਲਿਖੀ ਹੈ ਉਹ ਰਾਮ ਸਿੰਘ ਮਜੀਠੇ ਨੇ ਲਿਖੀ ਹੈ। ਰਾਮ ਸਿੰਘ ਮਜੀਠੇ ਨੇ ਹੁਣ ਪਿੱਛੇ ਜੇ ਇੱਕ ਕਿਤਾਬ ਲਿਖੀ ਹੈ, ਉਹਦੇ ਵਿੱਚ 80 ਦੇ 80 ਦਿੱਤੇ ਨੇ। ਮਰਗੋਈ ਤੋਂ ਅੱਗੇ ਕਿੱਥੇ ਹੈ? ਉਹ 5 ਸਤੰਬਰ ਇੱਥੇ ਡੇਟ ਲਿਖੀ ਹੋਈ ਹੈ, ਉਹਦੇ ਵਿੱਚ ਲਿਖਿਆ ਹੋਇਆ, ਉਹ ਮੈਂ ਤੁਹਾਨੂੰ ਦਿਖਾ ਦੂੰਗਾ। ਆ ਜਾਓ। ਸਰਦਾਰ ਨਾਰ ਸਿੰਘ ਜੀ, ਹਾਂਜੀ, ਤੁਹਾਡੀ ਖੋਜ ਤੋਂ ਵੱਧ ਕਿਸੇ ਨੂੰ ਜਾਣਕਾਰੀ ਹੋਵੇ ਤੇ ਸ਼ਾਇਦ ਤੁਹਾਨੂੰ ਸਵਾਲ ਪੁੱਛ ਸਕੇ। ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਖਾਸ ਗੱਲ ਨਹੀਂ ਕਿ ਅਸੀਂ ਤੁਹਾਨੂੰ ਸਵਾਲ ਪੁੱਛ ਸਕੀਏ, ਪਰ ਫਿਰ ਵੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਸਾਰਾ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਨਾਮਧਾਰੀ ਹਾਂ ਬਿਲਕੁਲ, ਅਤੇ ਉਹਦੇ ਬਾਰੇ ਸਾਨੂੰ ਕਿਸੇ ਨੂੰ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ, ਅਤੇ ਕੋਈ ਵੀ ਖੋਜ ਭਰਪੂਰ ਕਿਤਾਬ ਸਤਿਗੁਰੂ ਹਰੀ ਸਿੰਘ ਜੀ ਬਾਰੇ ਨਹੀਂ ਲਿਖੀ ਗਈ। ਇਸ ਕਰਕੇ ਜੇ ਤੁਸੀਂ ਅੱਜ ਕੇਵਲ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਬਾਰੇ ਹੀ 15-20 ਮਿੰਟਾਂ ਵਿੱਚ ਸਾਨੂੰ ਵਿਸ਼ੇਸ਼ ਜਾਣਕਾਰੀ ਦੇ ਸਕੋ ਤੇ ਹੋਰ ਕੋਈ ਸਵਾਲ ਪੁੱਛਣ ਦੀ ਸਾਨੂੰ ਲੋੜ ਨਹੀਂ ਹੋਵੇਗੀ। ਹਾਂ, ਮੈਂ ਖੁਦ ਸਤਿਗੁਰੂ ਹਰੀ ਸਿੰਘ ਜੀ ਦੇ ਮੁਤਲਕ ਖੋਜ ਕੀਤੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਸਤਿਗੁਰੂ ਹਰੀ ਸਿੰਘ ਜੀ ਜੋ ਕੁਝ ਕਰਦੇ ਸੀ ਖੁਫੀਆ ਤੌਰ ਤੇ, ਉਹਦਾ ਇਤਨਾ ਜ਼ਬਰਦਸਤ ਅਸਰ ਸੀ ਕਿ ਜਿਹਦਾ ਕੋਈ ਹੱਦ ਹਿਸਾਬ ਹੀ ਕੋਈ ਨਹੀਂ। ਸਤਿਗੁਰੂ ਹਰੀ ਸਿੰਘ ਜੀ ਚੁੱਪ ਕੀਤਿਆਂ ਕੰਮ ਬੜਾ ਕਰਦੇ ਸੀ, ਔਰ ਇਹਨਾਂ ਦੇ ਸੰਪਰਕ ਜਿਹੜੇ ਥੇ ਆਮ ਤੌਰ ਤੇ ਦੂਰ ਦੂਰ ਬੰਗਾਲੀਆਂ ਨਾਲ ਤੇ ਹੋਰਾਂ ਨਾਲ ਥੇ। ਸਤਿਗੁਰੂ ਹਰੀ ਸਿੰਘ ਦੇ ਜ਼ਮਾਨੇ ਦਾ ਸਾਰਾ ਇਤਿਹਾਸ ਉਹ ਸ਼ੁਰੂ ਜੇ 1872 ਤੋਂ ਕਰੀਏ, 1872 ਤੋਂ 1906 ਤੱਕ ਬੜਾ ਜ਼ਬਰਦਸਤ ਇਤਿਹਾਸ ਹੈ ਇਹਨਾਂ ਨਾਮਧਾਰੀਆਂ ਦਾ। ਇਹਦੇ ਵਿੱਚ ਬੜੀਆਂ ਅਜੀਬ ਗੱਲਾਂ ਹੋਈਆਂ ਨੇ। ਸੋ ਉਹਦਾ ਇਤਿਹਾਸ ਅਜੇ ਤੱਕ ਖੋਜ ਕਿਸੇ ਨੇ ਵੀ ਨਹੀਂ ਕੀਤੀ, ਉਹ ਕਰਨੀ ਚਾਹੀਦੀ ਹੈ। ਮੇਰੇ ਨਾਲ ਕੋਈ ਆਦਮੀ ਰਲ ਜਾਏ ਤਾਂ ਮੈਂ ਕਮ ਸੇ ਕਮ ਸਾਇਨਾਪਸਿਸ ਦੱਸ ਸਕਦਾ। ਅੱਜ ਕੱਲ੍ਹ ਬਹੁਤ ਤੁਰ ਫਿਰ ਨਹੀਂ ਹੁੰਦਾ। ਹੋਰ ਪੁੱਛੋ। ਸਤਿਗੁਰੂ ਹਰੀ ਸਿੰਘ ਜੀ ਦੇ ਮਹਾਰਾਜ ਪ੍ਰਤਾਪ ਸਿੰਘ ਜੀ ਦਾ ਜ਼ਮਾਨਾ ਜਿਹੜਾ ਹੈ ਉਹ ਬੜਾ ਦੁੱਖਾਂ ਭਰਿਆ ਜ਼ਮਾਨਾ ਹੈ। ਉਹ ਜ਼ਮਾਨਾ ਸੀ ਜਦੋਂ ਸਤਿਗੁਰ ਮਹਾਰਾਜ ਪ੍ਰਤਾਪ ਸਿੰਘ ਜੀ ਤੇ ਹਰ ਵਕਤ ਹੀ CID ਲੱਗੀ ਰਹਿੰਦੀ ਸੀ। ਹਰ ਵਕਤ 1945-46 ਤੱਕ CID ਰਹੀ ਹੈ, ਔਰ ਉਹਨਾਂ ਦਾ ਖਿਆਲ ਕੀਤਾ ਜਾਂਦਾ ਸੀ ਗੌਰਮੈਂਟ ਦਾ ਕਿ ਜਿਹੜੀ ਇਹ ਗਦਰ ਮੂਵਮੈਂਟ ਉੱਠੀ ਹੈ, ਗਦਰ ਮੂਵਮੈਂਟ ਚਲਾਉਣ ਵਾਲੇ ਅਮਰੀਕਾ ਦੇ ਵਿੱਚ ਕਿੱਥੇ ਦੇ ਵਾਲੇ ਜੀ, ਮੈਨੂੰ ਨਾਮ ਭੁੱਲ ਜਾਂਦਾ। ਮਹਾਰਾਜ ਕੀ ਸੀ ਉਹਨਾਂ ਦਾ ਨਾਮ? ਗਦਰ ਮੂਵਮੈਂਟ ਚਲਾਉਣ ਵਾਲੇ ਨਹੀਂ ਉਹ ਕਾਮਾਗਾਟਾ ਮਾਰੂ ਸੀ। ਉਹ ਜਿਹੜੇ ਉੱਥੇ ਵਾਲੇ ਸੀ, ਉਹ ਜਿਹੜਾ ਪਿੰਡ ਹੈਗਾ, ਹਾਂ, ਬਾਬਾ ਸੋਹਣ ਸਿੰਘ ਭਕਨਾ। ਇੱਕ ਬਾਬਾ ਸੋਹਣ ਸਿੰਘ ਭਕਨਾ ਨੇ ਗਦਰ ਮੂਵਮੈਂਟ ਅਮਰੀਕਾ 'ਚ ਉਠਾਈ। ਗੌਰਮੈਂਟ ਨੇ ਕਿਹਾ ਵੀ ਇਹ ਤਾਂ ਹੈਗਾ ਕੁੱਕ ਹੈ, ਰੱਬ ਦਾ ਵਾਸਤਾ ਸਾਰੇ ਕੁੱਕਾਂ ਨੂੰ ਸਖਤੀ ਨਾਲ ਵਰਤੋ ਹੁਣ, ਕਿਉਂਕਿ ਬਾਬਾ ਸੋਹਣ ਸਿੰਘ ਭਕਨਾ ਨੂੰ ਗੌਰਮੈਂਟ ਨੇ ਆਉਂਦੇ ਹੀ ਫੜ ਲਿਆ। ਜਦ ਆਉਂਦੇ ਹੀ ਫੜ ਲਿਆ ਤਾਂ ਸਤਿਗੁਰਾਂ ਨੂੰ ਵੀ ਪਤਾ ਲੱਗ ਗਿਆ ਸੀ। ਸਤਿਗੁਰਾਂ ਨੇ, ਇਹ ਬੜੀ ਖੁਫੀਆ ਗੱਲ ਹੈ ਜਿਹੜਾ ਕਿਸੇ ਨੂੰ ਵੀ ਨਹੀਂ ਪਤਾ, ਮੈਂ ਅੱਜ ਦੱਸਣ ਲੱਗਾ। ਖਾਲਸਾ ਜੀ, ਸਤਿਗੁਰੂ ਮਹਾਰਾਜ ਪ੍ਰਤਾਪ ਸਿੰਘ ਜੀ ਨੇ 95,000 ਰੁਪਈਆ ਇਹਨਾਂ ਨੂੰ ਭੇਜਿਆ ਕਿ ਡਾਕੇ ਨਾ ਮਾਰੋ, ਰੱਬ ਦਾ ਵਾਸਤਾ ਰੁਪਈਆ ਜਿੰਨਾ ਮੇਰੇ ਤੋਂ ਲੈ ਲਓ। ਇਹ ਕਿਹਦੇ ਥਰੂ ਕਿਹਾ? ਸਰਦਾਰ ਨਾਨਕ ਸਿੰਘ ਭਦੌੜੀਏ ਦੇ ਥਰੂ। ਸਰਦਾਰ ਨਾਨਕ ਸਿੰਘ ਭਦੌੜੀਆ ਕੌਣ ਥਾ? ਸਰਦਾਰ ਮੰਗਲ ਸਿੰਘ ਦਾ ਦੋਤਾ। ਸਰਦਾਰ ਮਹਾਰਾਜ ਜੀ ਉਹਦੇ ਨਾਲ ਬੜਾ ਜਾਂਦੇ ਸੀ, ਲੇਕਿਨ ਗੌਰਮੈਂਟ
महाराज कहते सी भी रब का वास्ता तुम डाके ना मारो, मैं जिन्ना रुपया देना मैं दूंगा। 95,000 रुपया एकदम सतगुरा ने दिता, जेड़ा बहुत घट आदमियों को पता है। सिर्फ नाहर सिंह गुजरवाल ने वो जी छोटी जी किताब लिखी है, ਉਹਦੇ ਵਿੱਚ लिखा है बई सरदार नानक सिंह ने रुपया दिता। सरदार नानक सिंह भदौड़ी को बेचारे को की सी, सरदार का यह जी हाल सी, और रुपया गुरु महाराज ने दिता सी। होर पुछो। नामधारियां नूं एक हुंदा इतिहास, मैं तुसीं हैरान होवोगे सारे सुन के। जिस दिन मैनू सतगुरां ने सद के ये गल कही, पहला मैं जानता नहीं सी बहुता। सतगुरां ने कहा भी भाई नाथ सिंह असीं चाहुंदे हां बई ना साडा इतिहास लिखिया जावे। मैं कहा उतों आलम भी था, होर भी थे, उन्होंने किसी ने लख मंगया, किसी ने महाराज मैनूं तो कोई चाहिए नहीं, थोड़ी रहमत चाहिए है, तो मैं तो नामधारी तो हाँ नहीं, पर खैर जो कुछ है। मैनू कहते बई तू, मैं जी मैनूं तो कुछ नहीं चाहिए। कहन लगे फिर भी, मैं आख्या जी फिर थोड़ी रहमत चाहिए है। खैर वो कर, हाँ मैनू उन्होंने कहा, मैं कहा महाराज उत्थे ही, महाराज गुरु कहना इतिहास लिखना है कि नामधारियों का लिखना है? नामधारियों सुनो जरा आकर ना, मैं अर्ज करता थानू सारिया नू। मैनू कहन लगे कि नामधारियों का लिखना है, सादा नहीं। गुरु इतिहास ना लिखी, नामधारियों का लिख, क्योंकि मेरी किताब का नाम नामधारी इतिहास है। गुरु करता इतिहास हो रहा, वो इन्ना सख्त है। 1872 तो 1923 51 साल गुरु करते सामने चौकी बैठी रही और अंदरों निकल नहीं सी दिंदे, बाहर बहुत दुखी हो के। यानी वो 51 साल अज तक कुछ किसी को पता नहीं, बई किसी ने लिखे ही नहीं बई वो 51 साल गुरु कहते किमें वरते। सतगुरु जगजीत सिंह जी भी उस जेल च पैदा हुए। बाकी हुण लाख लाख नामधारिये पैदा हो गए ने, तो साडा तो हुण जमाना गुजर गया। सो जोड़ अगर मेरे पास भी कागज ने, मैं तो तैयार हाँ सब कुछ दे। ये वो 4 चिट्ठियां ने जिहड़ियां सतगुरु राम सिंह जी महाराज ने नामधारियां नूं 1881 तो पहला लिखियां। इन्हां चौहां दे विच नामधारियां दी वो तारीफ की है सतगुरां ने कि हैरान हो जाता आदमी भी अपने फॉलोअर नूं आ कुछ लिखते हैं। नामधारियां चाहिए भी लोग इतिहास लिखना अपना आप, थोड़ा बहुता वो कोई कमेटी बना लैन, थोड़ी थोड़ी लिखी जान। नामधारियां दी बड़ियां कुर्बानियां ने, बड़ियां कुर्बानियां ने। वार्षिक सम्मेलन से इन्होंने दर्शन दिते ने, नौजवानों को अपनी जानकारी बारे दसिया, बहुत ही खुशी हुई है। हम नगर की अरदास होएगी करना पेश कर रहे हैं, जिसके साथ संगत पास निर्भर करेंगे वो काफी रिलीज करेंगे। विजय सम्मेलन नौजवानों के बच्चियां बिटियां दुनिया होना वर्तमान श्री सतगुरु जी का अपार होता है कि अज का इनाम का नौजवान जिसे काजू की मार को बचा तो नाम वाले सजन बाबू की तरफ जा रहा है। कबीर की किताब जगदीश में पढ़ाते हैं। चलो जगदीश कबीर की किताब में पढ़ाएंगे। संत प्रीतम सिंह जी कबीर जिन्होंने महिमा श्री भैनी साहब श्री भैनी साहब दी आज का जो रूप है तस्वीर है वो सारा मुस्लिम इतिहास को इसी बात संभालना संत प्रीतम सिंह जी कबीर ने उसका प्रिंटिंग रूप आज हमारे सामने है। इस साल पाशा जी वो किताब भी रिलीज करके महिमा श्री भैनी साहब की बेटा संत प्रीतम सिंह जी कबीर
ਹੁਣ दो दिन वास्ते संत जी सिंह जी अपने विचार करके संत जी सी परम सत्कारयोग साध संगत जी नामधारी विद्यक जथे के इतिहास के 30 सालों के दूसरी बारी है कि किसी मैगजीन का विशेष योग अंक रिलीज होया। पहली बारी सातविकता होया सी, बहुत समा होया और हुण हैती मेरे अंदर एक अंक रिलीज होया। ये साधारण रूप में तैयार करने का यत्न किया गया सी कि इस सम्मेलन के ऊपर कुछ ना कुछ लिख के जरूर कार्रवाई जरूर पास की जाए। जिस वेले बहुत थोड़े समय दे विच बहुत थोड़े साधन नाल शुरू किया गया तो इंज महसूस होया कि सतगुरु जी की इन्नी अपार कृपा है कि बहुत सारे पहलू ने जिन्हों के उत्ते दसना रोशनी पाना वो हमेशा ही सारे को रह जाता है। तो ये करद्या ये अंक तैयार किया गया है। ये महसूस किया गया है कि सतगुरु जी की जिन्नी बख्शिश है, जिन्नी इन्होंने कृपा की है और ये सत्य पातशाह जी की असं निंदा करने की कोशिश भी करिए तद भी सिमती होएगी। इन्नी सिमत उन्होंने वंड दी हुई है। जिवें सूरज के सामने तुसी पानी पा के या और भी जाकर के ठंडा करके तद नहीं हो सकता। तो मैं विद्यक जथा इस योग होया और सतगुरु जी की कृपा नाल वरियाम ये योग होया है। ये सतगुरु जी के चरणों विच ये अंक जड़ा सादर भेंट किया गया है। इस दे विच चंडीगढ़ की साध संगत ने सर्व हिंद नामधारी विद्यक जथे ने सहयोग दिता है, बीबी सिमरजीत कौर ने किया। मेरे को हुण शब्द नहीं और ना ही कोई ਇਹੋ ਜਿਹਾ ਮੈਨੂੰ ਸਮਾਂ ਜਿਹੜਾ मैं ਇਹਦੇ बारे गल कर सकां। यत्न किया गया कि ਇਹਦੇ ਵਿੱਚ पिछले 30 सालों का इतिहास कुछ तस्वीरां राही कुछ लेखां राही तुहाडे सामने आया। कोई 100 लगभग तस्वीर शायद बन जाए। ਇਹਦੇ ਵਿੱਚ कलर टाइटल पिछले बन्ने भी इस विच भी इधर भी ये सारी कृपा एक तस्वीर जड़ी है तुसी देखोगे शायद ये अपने आप एक खास चीज़ हैगी है। तो मैं बहुता तुहाडा टाइम नहीं लैंदा। इस तरह ही कवि जी वाली जिहड़ी किताब है वो विद्यक जथे वालों मैनू छापण का आदेश मिलिया सी। वो छापदियां असीं बहुत देर कर दी, कदी कोई कदी तस्वीर नहीं, कदी ब्लॉग नहीं, कदी छापण वाला नहीं, कदी काली। वो बहुत सारिया इन्हां दोनों विच गलतियां उणताइयां रहीआं ने डेफिनेटली। पर इस दे बावजूद तुसीं वेखोगे कि भैणी साहब उत्ते लिखदियां ते भैणी साहब ते रोज़ तब्दील हो रहा है। अज जिहड़ी गल लिखी जाती है कल नूं वो भैणी साहब होर बदलिया होया हुंदा है। तो लेखक दी, प्रकाशक दी, प्रिंटर दी ये सारियां मजबूरियां हुंदियां ने। इन्हां नूं तुसीं मद्दे नज़र रख के इन्हां सारियां गल्लां नूं ध्यान विच रख के इन्हां नूं वाचना। और मैं समझना बड़ा मान महसूस करना कि इस अंक नूं सच्चे पातशाह जी ने अपने पावन कमलों का स्पर्श बख्शिया है और बड़ी बख्शिश की है कि सानू वरियाम नूं भी इस योग बनाया और सर्व हिंद नामधारी विद्यक जथे नूं भी इस योग बनाया कि अज असी कोई अंक कढ़ सकीए। इहदे नाल मैं तुहाडा सारियां दा, प्रबंधकां दा और विशेष तौर पर सच्चे पातशाह जी का दिलों मनों तनों बहुत आभारी हाँ, धन्नवादी हाँ। सत श्री अकाल। आप जी दिखा रहे हैं ये तस्वीर आप सब दे घरां दी शोभा बनिया ने। इन्हां दा कोई कीमत नहीं। जिन्नी साध संगत इत्थे आई है वो परिवार सेती दोनों तस्वीरां दा एक सैट लैके जावे परिवार दे हिसाब नाल
ਘਾਹ ਜੜਾ ਕੇ ਆਪਣੇ ਘਰ ਦੀ ਸ਼ੋਭਾ ਬਣਾਓ। ਤੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਬਾਕੀ ਸਾਰੀਆਂ ਖੇਡਾਂ ਹੋਣੀਆਂ ਹਨ, ਜਿਸ 'ਚ ਦੌੜਾਂ ਹਨ, ਲੰਬੀ ਛਾਲ ਹੈ, ਗੋਲਾ ਸੁੱਟਣਾ, ਫੁੱਟਬਾਲ। ਦੂਸਰਾ ਇਨਾਮ ਹੈ ਕਵਲਜੀਤ ਸਨ ਆਫ ਤਰਲੋਚਨ ਸਿੰਘ ਅਪਰਾ। ਤੀਸਰਾ ਇਨਾਮ ਮੰਗਲਜੀਤ ਸਿੰਘ ਦਿੱਲੀ ਤੋਂ। ਜੂਨੀਅਰ ਗਰੁੱਪ ਵਿੱਚ ਪਹਿਲਾ ਇਨਾਮ ਬਲਵੰਤ ਸਿੰਘ ਪੁੱਤਰ ਸਨ ਜੋਗਿੰਦਰ ਸਿੰਘ ਸ੍ਰੀ ਭੈਣੀ ਸਾਹਿਬ। ਦੂਸਰਾ ਇਨਾਮ ਪ੍ਰੇਮ ਸਿੰਘ ਪੁੱਤਰ ਸਤਪਾਲ ਸਿੰਘ ਸੁੰਦਰ ਨਗਰ ਤੋਂ। ਤੀਸਰਾ ਇਨਾਮ ਕਾਕਾ ਹਰਜਿੰਦਰ ਸਿੰਘ।